ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਖੀ ਭਾਈ ਭਿਖਾਰੀ ਜੀ। ਬ੍ਰਹਮ ਗਿਆਨੀ ਲਈ ਦੁੱਖ ਅਤੇ ਸੁੱਖ ਇੱਕ ਸਮਾਨ ਹੁੰਦੇ ਹਨ। ਜਿਸ ਤਰ੍ਹਾਂ ਈਸ਼ਵਰ ਵਾਹਿਗੁਰੂ ਸਾਰਿਆਂ ਨੂੰ ਇੱਕ ਸਮਾਨ ਮੰਨਦੇ ਹਨ, ਬ੍ਰਹਮ ਗਿਆਨੀ ਵੀ ਸਾਰਿਆਂ ਨੂੰ ਇੱਕ ਸਮਾਨ ਹੀ ਮੰਨਦੇ ਹਨ। ਇਸ ਸਾਖੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਇੱਕ ਦਿਨ ਇੱਕ ਗੁਰਮੁਖ ਨਾਮ ਦਾ ਸ਼ਰਧਾਲੂ ਮੌਜੂਦ ਹੋਇਆ ਅਤੇ ਉਹ ਪ੍ਰਾਰਥਨਾ ਕਰਨ ਲੱਗਿਆ, ਹੇ ਗੁਰੂਦੇਵ, ਮੈਂ ਆਪ ਜੀ ਦੁਆਰਾ ਰਚਿਤ ਰਚਨਾ ਸੁਖਮਨੀ ਸਾਹਿਬ ਨਿਤ ਪ੍ਰਤੀ ਪੜ੍ਹਦਾ ਹਾਂ। ਮੈਨੂੰ ਇਸ ਰਚਨਾ ਦੇ ਪੜ੍ਹਨ ਉੱਤੇ ਬਹੁਤ ਹੀ ਆਨੰਦ ਪ੍ਰਾਪਤ ਹੁੰਦਾ ਹੈ, ਪਰ ਮੇਰੇ ਦਿਲ ਵਿੱਚ ਇੱਕ ਇੱਛਾ ਨੇ ਜਨਮ ਲਿਆ ਹੈ ਕਿ ਮੈਂ ਉਸ ਵਿਸ਼ੇਸ਼ ਵਿਅਕਤੀ ਦੇ ਦਰਸ਼ਨ ਕਰਾਂ ਜਿਸ ਦੀ ਵਡਿਆਈ ਤੁਸੀਂ ਬ੍ਰਹਮ ਗਿਆਨੀ ਦੇ ਰੂਪ ਵਿੱਚ ਕੀਤੀ ਹੈ। ਗੁਰੂ ਜੀ ਇਸ ਸਿੱਖ ਉੱਤੇ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਕਹਿਣ ਲੱਗੇ, ਤੁਹਾਡੀ ਇੱਛਾ ਜ਼ਰੂਰ ਪੂਰੀ ਕੀਤੀ ਜਾਵੇਗੀ। ਉਹਨਾਂ ਨੇ ਇੱਕ ਪਤਾ ਦੱਸਿਆ ਅਤੇ ਕਿਹਾ, ਤੁਸੀਂ ਜ਼ਿਲ੍ਹਾ ਜੇਹਲਮ ਦੇ ਭਾਈ ਭਿਖਾਰੀ ਨਾਮਕ ਸਿੱਖ ਦੇ ਘਰ ਚਲੇ ਜਾਓ, ਉੱਥੇ ਤੁਹਾਡੇ ਮਨ ਦੀ ਇੱਛਾ ਪੂਰੀ ਹੋਵੇਗੀ। ਗੁਰਮੁਖ ਸਿੰਘ ਜੀ ਖੋਜ ਕਰਦੇ ਕਰਦੇ ਭਾਈ ਭਿਖਾਰੀ ਜੀ ਦੇ ਘਰ ਪੁੱਜੇ। ਉਸ ਸਮੇਂ ਉਹਨਾਂ ਦੇ ਮੁੰਡੇ ਦੇ ਸ਼ੁਭ ਵਿਆਹ ਦੀ ਬੜੀ ਧੂਮਧਾਮ ਵੱਲੋਂ ਤਿਆਰੀਆਂ ਚੱਲ ਰਹੀਆਂ ਸਨ। ਆਪ ਜੀ ਭਾਈ ਭਿਖਾਰੀ ਜੀ ਦੇ ਕਕਸ਼ ਵਿੱਚ ਉਹਨਾਂ ਨੂੰ ਮਿਲਣ ਪੁੱਜੇ, ਪਰ ਭਾਈ ਜੀ ਇੱਕ ਵਿਸ਼ੇਸ਼ ਕੱਪੜੇ ਦੀ ਸਿਲਾਈ ਵਿੱਚ ਵਿਅਸਤ ਸਨ। ਭਾਈ ਭਿਖਾਰੀ ਜੀ ਨੇ ਅੰਗੂਤਕ ਦਾ ਹਾਰਦਿਕ ਸਵਾਗਤ ਕੀਤਾ ਅਤੇ ਆਪਣੇ ਕੋਲ ਬੜੇ ਪ੍ਰੇਮ ਨਾਲ ਬਿਠਾ ਲਿਆ। ਗੁਰਮੁਖ ਸਿੰਘ ਜੀ ਨੂੰ ਬਹੁਤ ਹੈਰਾਨੀ ਹੋਈ ਅਤੇ ਉਹ ਪੁੱਛ ਬੈਠੇ, ਤੁਸੀਂ ਕੀ ਸਿਲਾਈ ਕਰ ਰਹੇ ਹੋ, ਜੋ ਇਸ ਸ਼ੁਭ ਸਮੇਂ ਵਿੱਚ ਵੀ ਅਤੀ ਜ਼ਰੂਰੀ ਹੈ। ਜਵਾਬ ਵਿੱਚ ਭਾਈ ਭਿਖਾਰੀ ਜੀ ਨੇ ਕਿਹਾ, ਤੁਸੀਂ ਸਭ ਜਾਣ ਜਾਓਗੇ, ਜਲਦੀ ਹੀ ਇਸ ਕੱਪੜੇ ਦੀ ਲੋੜ ਪੈਣ ਵਾਲੀ ਹੈ। ਇਸ ਵਾਰਤਾਲਾਪ ਦੇ ਬਾਅਦ ਭਾਈ ਭਿਖਾਰੀ ਜੀ ਦੇ ਸਪੁੱਤਰ ਦੀ ਬਰਾਤ ਕੁੜਮ ਦੇ ਇੱਥੇ ਗਈ ਅਤੇ ਬਹੁਤ ਧੂਮਧਾਮ ਨਾਲ ਵਿਆਹ ਸੰਪੰਨ ਕਰ ਵਹੁਟੀ ਨੂੰ ਘਰ ਪਰਤ ਲੈ ਆਏ। ਜਿਵੇਂ ਹੀ ਲੋਕ ਵਧਾਈਆਂ ਦੇਣ ਲੱਗੇ ਇਕੱਠੇ ਹੋਏ ਤਾਂ ਉਸ ਸਮੇਂ ਪਿੰਡ ਉੱਤੇ ਡਾਕੂਆਂ ਨੇ ਹਮਲਾ ਕਰ ਦਿੱਤਾ। ਪਿੰਡ ਦੇ ਲੋਕ ਇਕੱਠੇ ਹੋ ਕੇ ਡਾਕੂਆਂ ਨਾਲ ਲੋਹਾ ਲੈਣ ਲੱਗੇ। ਇਹਨਾਂ ਯੋਧਾਵਾਂ ਵਿੱਚ ਦੁੱਲਾ ਵੀ ਡਾਕੂਆਂ ਦਾ ਸਾਹਮਣਾ ਕਰਨ ਪਹੁੰਚ ਗਿਆ। ਆਕਮਸ਼ਤਕ ਮੁਕਾਬਲਾ ਕਰਦੇ ਸਮੇਂ ਡਾਕੂਆਂ ਦੀ ਗੋਲੀ ਦੁੱਲੇ ਨੂੰ ਲੱਗੀ। ਉਹ ਉੱਥੇ ਹੀ ਵੀਰਗਤੀ ਪਾ ਗਿਆ। ਇਸ ਦੁਖਾਂਤ ਘਟਨਾ ਵੱਲੋਂ ਸਾਰੇ ਘਰ ਉੱਤੇ ਸੋਗ ਛਾ ਗਿਆ, ਪਰ ਭਾਈ ਭਿਖਾਰੀ ਜੀ ਦੇ ਚਿਹਰੇ ਉੱਤੇ ਨਿਰਾਸ਼ਾ ਦਾ ਕੋਈ ਚਿੰਨ੍ਹ ਤੱਕ ਨਹੀਂ ਸੀ। ਉਹਨਾਂ ਨੇ ਬੜੇ ਸਹਿਜ ਭਾਵ ਨਾਲ ਉੱਥੇ ਹੀ ਆਪਣੇ ਹੱਥੋਂ ਸਿਲਿਆ ਹੋਇਆ ਕੱਪੜਾ ਕੱਢਿਆ ਅਤੇ ਉਸ ਨੂੰ ਬੇਟੇ ਦੇ ਕਫ਼ਨ ਦੇ ਰੂਪ ਵਿੱਚ ਪ੍ਰਯੋਗ ਕੀਤਾ। ਬਹੁਤ ਧੈਰਯ ਵੱਲੋਂ ਆਪਣੇ ਹੱਥਾਂ ਨਾਲ ਬੇਟੇ ਦਾ ਅੰਤਿਮ ਸੰਸਕਾਰ ਕਰ ਦਿੱਤਾ। ਤਦ ਅੰਗੂਤਕ ਗੁਰਮੁਖ ਸਿੰਘ ਜੀ ਨੇ ਪੁੱਛਿਆ, ਜਦੋਂ ਤੁਹਾਨੂੰ ਪਤਾ ਸੀ ਕਿ ਤੁਹਾਡੇ ਬੇਟੇ ਨੇ ਮਰ ਜਾਣਾ ਹੈ ਤਾਂ ਤੁਸੀਂ ਉਸ ਦਾ ਵਿਆਹ ਹੀ ਕਿਉਂ ਰਚਿਆ। ਇਸ ਦੇ ਜਵਾਬ ਵਿੱਚ ਭਾਈ ਭਿਖਾਰੀ ਜੀ ਨੇ ਕਿਹਾ, ਇਹ ਵਿਆਹ ਮੇਰੇ ਇਸ ਬੇਟੇ ਦੇ ਸੰਜੋਗ ਵਿੱਚ ਸੀ, ਇਸ ਲਈ ਇਸ ਕੰਨਿਆ ਦੇ ਵਰਨ ਹੇਤੂ ਹੀ ਉਸਨੇ ਮੇਰੇ ਘਰ ਜਨਮ ਲਿਆ ਸੀ, ਕਿਉਂਕਿ ਇਸ ਦੇ ਭੂਤਪੂਰਵ ਜਨਮ ਵਿੱਚ ਇਸ ਦੀ ਇੱਛਾ ਇਸ ਕੰਨਿਆ ਨੂੰ ਪ੍ਰਾਪਤ ਕਰਨ ਦੀ ਸੀ, ਪਰ ਉਸ ਸਮੇਂ ਇਹ ਸੰਨਿਆਸੀ ਯੋਗ ਆਸ਼ਰਮ ਵਿੱਚ ਸੀ, ਇਸ ਲਈ ਅਜਿਹਾ ਸੰਭਵ ਨਹੀਂ ਸੀ। ਤਾਂ ਵੀ ਇਸ ਦੀ ਭਗਤੀ ਸੰਪੂਰਨ ਹੋ ਗਈ, ਪਰ ਇਸ ਨੂੰ ਮੁਕਤੀ ਪ੍ਰਾਪਤ ਨਹੀਂ ਹੋਈ, ਕਿਉਂਕਿ ਇਸ ਦੇ ਮਨ ਵਿੱਚ ਇੱਕ ਤ੍ਰਿਸ਼ਨਾ ਰਹਿ ਗਈ ਸੀ ਕਿ ਮੈਂ ਇਸ ਕੁੜੀ ਨੂੰ ਪ੍ਰਾਪਤ ਕਰ ਲਵਾਂ। ਇਸ ਸੰਖਿਅਤ ਜਵਾਬ ਵੱਲੋਂ ਅੰਗੂਤਕ ਸ਼ਰਧਾਲੂ ਦਾ ਸੰਸ਼ੇ ਨਿਰਵਰਤ ਨਹੀਂ ਹੋਇਆ।
ਉਸ ਨੇ ਫਿਰ ਭਾਈ ਜੀ ਨੂੰ ਪ੍ਰਾਰਥਨਾ ਕੀਤੀ, ਕਿਰਪਾ ਕਰਕੇ ਮੈਨੂੰ ਵਿਸਤਾਰਪੂਰਵਕ ਸੁਣਾਓ। ਇਸ ਉੱਤੇ ਭਾਈ ਭਿਖਾਰੀ ਜੀ ਨੇ ਇਹ ਬਿਰਤਾਂਤ ਇਸ ਪ੍ਰਕਾਰ ਸੁਣਾਇਆ ਕਿ ਮੇਰੇ ਇਸ ਬੇਟੇ ਨੇ ਆਪਣੇ ਭੂਤਪੂਰਵ ਜਨਮ ਵਿੱਚ ਇੱਕ ਕੁਲੀਨ ਪਰਿਵਾਰ ਵਿੱਚ ਜਨਮ ਲਿਆ ਸੀ। ਇਸ ਨੂੰ ਕਿਸੇ ਕਾਰਨ ਯੁਵਾ ਅਵਸਥਾ ਵਿੱਚ ਸੰਸਾਰ ਵੱਲੋਂ ਵਿਰਾਗ ਹੋ ਗਿਆ। ਇਸ ਨੇ ਸੰਨਿਆਸ ਲਿਆ ਅਤੇ ਇੱਕ ਕੁਟੀਆ ਬਣਾ ਕੇ ਵਣਾਂ ਵਿੱਚ ਆਪਣੀ ਆਰਾਧਨਾ ਕਰਨ ਲੱਗਿਆ। ਪਰ ਜੀਵਨ ਜੀਣ ਲਈ ਇਹ ਕਦੇ-ਕਦੇ ਪਿੰਡ ਦਿਹਾਤਾਂ ਵਿੱਚ ਆਉਂਦਾ ਅਤੇ ਭਿਕਸ਼ਾ ਮੰਗ ਕੇ ਢਿੱਡ ਦੀ ਅੱਗ ਬੁਝਾ ਲੈਂਦਾ। ਕੁਝ ਦਿਨ ਇਸ ਤਰ੍ਹਾਂ ਬਤੀਤ ਹੋ ਗਏ, ਪਰ ਇੱਕ ਦਿਨ ਇਸ ਜਵਾਨ ਨੂੰ ਕਿਤੇ ਵੀ ਭਿਕਸ਼ਾ ਨਹੀਂ ਮਿਲੀ। ਇੱਕ ਤੰਦਰੁਸਤ ਜਵਾਨ ਨੂੰ ਕੋਈ ਸਹਿਜ ਵਿੱਚ ਭਿਕਸ਼ਾ ਨਹੀਂ ਦਿੰਦਾ। ਅਖੀਰ ਵਿੱਚ ਇੱਕ ਘਰ ਉੱਤੇ ਇਹ ਅੱਪੜਿਆ। ਉੱਥੇ ਇੱਕ ਮੁਟਿਆਰ ਨੇ ਬੜੇ ਆਦਰ ਵੱਲੋਂ ਇਸ ਨੂੰ ਭੋਜਨ ਕਰਵਾਇਆ। ਵਾਸਤਵ ਵਿੱਚ ਉਹ ਮੁਟਿਆਰ ਇਸ ਜਵਾਨ ਦੇ ਤੇਜਸਵੀ ਮੁਖ ਮੰਡਲ ਵੱਲੋਂ ਬਹੁਤ ਪ੍ਰਭਾਵਿਤ ਹੋਈ ਸੀ, ਕਿਉਂਕਿ ਇਸ ਛੋਟੀ ਜਿਹੀ ਉਮਰ ਵਿੱਚ ਇਸ ਜਵਾਨ ਨੇ ਬਹੁਤ ਜ਼ਿਆਦਾ ਪ੍ਰਾਪਤੀਆਂ ਕਰ ਲਈਆਂ ਸਨ। ਇਸ ਦਾ ਚਿਹਰਾ ਕਿਸੇ ਅਗਿਆਤ ਤੇਜ ਵੱਲੋਂ ਤਹਿਕਣ ਲੱਗਿਆ ਸੀ। ਇਸ ਪ੍ਰਕਾਰ ਦਿਨ ਬਤੀਤ ਹੋਣ ਲੱਗੇ। ਜਦੋਂ ਕਦੇ ਇਹ ਜਵਾਨ ਨੂੰ ਕਿਤੇ ਵੀ ਭਿਕਸ਼ਾ ਪ੍ਰਾਪਤ ਨਹੀਂ ਹੁੰਦੀ ਸੀ ਤਾਂ ਉਹ ਮੁਟਿਆਰ ਦੇ ਘਰ ਚਲਾ ਜਾਂਦਾ ਅਤੇ ਮੁਟਿਆਰ ਬੜੇ ਪਿਆਰ ਨਾਲ ਇਸ ਸੰਨਿਆਸੀ ਜਵਾਨ ਨੂੰ ਭੋਜਨ ਕਰਾਉਂਦੀ ਸੀ ਅਤੇ ਸੇਵਾ ਵੀ ਕਰਦੀ ਸੀ। ਭੋਜਨ ਉਪਰੰਤ ਇਹ ਤਪਸਵੀ ਵਾਪਸ ਆਪਣੀ ਕੁਟੀਆ ਵਿੱਚ ਪਰਤ ਜਾਂਦਾ। ਇਹ ਕਰਮ ਬਹੁਤ ਦਿਨ ਚੱਲਦਾ ਰਿਹਾ। ਇਸ ਵਿੱਚ ਇਹਨਾਂ ਦੋਨਾਂ ਨੂੰ ਆਪਸ ਵਿੱਚ ਕੁਝ ਲਗਾਵ ਪੈਦਾ ਹੋ ਗਿਆ। ਇਹ ਤਪਸਵੀ ਬਹੁਤ ਕੋਸ਼ਿਸ਼ ਕਰਨ ਉੱਤੇ ਵੀ ਆਪਣੇ ਆਪ ਨੂੰ ਇਸ ਬੰਧਨ ਵੱਲੋਂ ਆਜ਼ਾਦ ਨਾ ਕਰਵਾ ਸਕਿਆ। ਬਸ ਇਸ ਲਗਾਵ ਨੇ ਇੱਕ ਇੱਛਾ ਨੂੰ ਜਨਮ ਦਿੱਤਾ ਕਿ ਕਾਸ਼ ਅਸੀਂ ਗ੍ਰਹਿਸਥੀ ਹੁੰਦੇ। ਉਦੋਂ ਇਸ ਜਵਾਨ ਤਪਸਵੀ ਦੀ ਭਗਤੀ ਸੰਪੂਰਨ ਹੋ ਗਈ ਅਤੇ ਇਸਨੇ ਆਪਣਾ ਸਰੀਰ ਤਿਆਗ ਦਿੱਤਾ, ਪਰ ਮਨ ਵਿੱਚ ਬਸੀ ਇੱਛਾ ਨੇ ਇਸ ਨੂੰ ਪੁਨਰ ਜਨਮ ਲੈਣ ਉੱਤੇ ਮਜਬੂਰ ਕੀਤਾ ਅਤੇ ਹੁਣ ਇਸ ਨੇ ਮੇਰੇ ਬੇਟੇ ਦੇ ਰੂਪ ਵਿੱਚ ਉਸ ਸੰਨਿਆਸੀ ਨੇ ਉਸੇ ਮੁਟਿਆਰ ਦਾ ਵਰਣ ਕੀਤਾ ਹੈ ਜੋ ਇਸ ਨੂੰ ਭੋਜਨ ਕਰਾਉਂਦੀ ਸੀ। ਵਾਸਤਵ ਵਿੱਚ ਇਸ ਦੀ ਭਗਤੀ ਸੰਪੂਰਨ ਸੀ, ਕੇਵਲ ਫਿਰ ਜਨਮ ਇੱਕ ਛੋਟੀ ਸੀ ਤ੍ਰਿਸ਼ਨਾ ਦੇ ਕਾਰਨ ਹੋਇਆ ਸੀ। ਉਹ ਅੱਜ ਪੂਰੀ ਹੋ ਗਈ। ਇਸ ਪ੍ਰਕਾਰ ਉਹ ਤਪਸਵੀ ਜਵਾਨ ਮੇਰੇ ਬੇਟੇ ਦੇ ਰੂਪ ਵਿੱਚ ਬੈਕੁੰਠ ਨੂੰ ਜਾ ਰਿਹਾ ਹੈ। ਇਸ ਲਈ ਮੈਨੂੰ ਕਿਸੇ ਪ੍ਰਕਾਰ ਦਾ ਸੋਗ ਨਹੀਂ ਹੋ ਰਿਹਾ। ਮੈਂ ਹਰ ਪ੍ਰਕਾਰ ਵੱਲੋਂ ਸੰਤੁਸ਼ਟ ਹਾਂ। ਇਹ ਬਿਰਤਾਂਤ ਸੁਣ ਕੇ ਉਸ ਸ਼ਰਧਾਲੂ ਗੁਰਮੁਖ ਸਿੰਘ ਦੀ ਸ਼ੰਕਾ ਨਿਰਵਰਤਰ ਹੋ ਗਈ ਤੇ ਉਹ ਜਾਣ ਗਿਆ ਕਿ ਬ੍ਰਹਮ ਗਿਆਨੀ ਹਰ ਸਮੇਂ ਪ੍ਰਭੂ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਉਹਨਾਂ ਨੂੰ ਕੋਈ ਸੁੱਖ ਦੁੱਖ ਨਹੀਂ ਹੁੰਦਾ। ਉਹਨਾਂ ਦੇ ਲਈ ਮਿੱਟੀ ਅਤੇ ਸੋਨਾ ਇੱਕ ਸਮਾਨ ਹਨ ਅਤੇ ਇਹਨਾਂ ਦਾ ਬੈਰੀ ਅਤੇ ਮਿੱਤਰ ਕੋਈ ਨਹੀਂ ਹੁੰਦਾ। ਇਹ ਲੋਕ ਗ੍ਰਹਿਸਥ ਵਿੱਚ ਰਹਿੰਦੇ ਹੋਏ ਵੀ ਮਨ ਦੇ ਪੱਕੇ ਬੈਰਾਗੀ ਹੁੰਦੇ ਹਨ ਅਤੇ ਪ੍ਰਭੂ ਲੀਲਾ ਵਿੱਚ ਹੀ ਇਹਨਾਂ ਦੀ ਵੀ ਖੁਸ਼ੀ ਹੁੰਦੀ ਹੈ। ਇਹ ਪ੍ਰਭੂ ਦੇ ਕੰਮਾਂ ਵਿੱਚ ਹਸਤ ਸੰਕੇਤ ਨਹੀਂ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ।